ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਇਸ ਸਮੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਜੁੜਨ ਦੇ ਲਈ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਇੰਟਰਨੈਟ ਦੇ ਮਾਧਿਅਮ ਰਾਹੀਂ ਆਪ ਸਭ ਸੰਗਤਾਂ ਜੁੜ ਰਹੇ ਹੋ। ਸੋ ਆਓ ਆਰੰਭਤਾ ਕਰਨੀ ਕਰੀਏ। ਪਾਵਨ ਅੰਕ 99 ਤੋਂ ਹੇਠਲੇ ਪਾਸੇ ਤੋਂ ਅੱਜ ਦੀ ਵਿਚਾਰ 17ਵੀਂ ਪੌੜੀ ਦੀ ਸੰਥਿਆ ਰੂਪ ਵਿਚਾਰ ਆਪਾਂ ਆਰੰਭ ਕਰਨੀ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਿਲਾ ਤੀਜਾ। ਮਨ ਮੁਖ ਮੈਲੀ ਕਾਮਣੀ, ਕੁਲੱਖਣੀ ਕੁਨਾਰ। ਕਾਮਣੀ ਤੋਂ ਭਾਵ ਇਸਤਰੀ। ਕਾਮਣ ਸ਼ਬਦ ਵੀ ਇਸਤਰੀ ਦੇ ਲਈ ਆਏਗਾ। ਇੱਥੇ ਕਾਮਣੀ ਬਿਹਾਰੀ ਨਾਲ ਹੈ। ਨਾਣੇ ਨੂੰ ਸਿਹਾਰੀ ਆਏਗੀ ਉਦੋਂ ਵੀ ਅਰਥ ਇਸਤਰੀ ਹੀ ਹੋਵੇਗਾ, ਪਰ ਜਦੋਂ ਔਂਕੜ ਆ ਜਾਏਗਾ ਉਦੋਂ ਅਰਥ ਟੂਣਾ ਹੋ ਜਾਏਗਾ। ਟੂਣਾ ਕਰਨਾ। ਪਾਤਸ਼ਾਹ ਜੀ ਆਖਣ ਲੱਗੇ, ਮਨਮੁਖ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਸ਼ਲੋਕ ਹੈ। ਕਾਮਣੀ ਤੋਂ ਭਾਵ ਇਸਤਰੀ, ਔਰਤ, ਜਨਾਨੀ। ਕੁਨਾਰ ਤੋਂ ਭਾਵ ਭੈੜੀ ਨਾਰ, ਭਾਵ ਭੈੜੀ ਇਸਤਰੀ। ਕਿ ਮਨਮੁਖ ਮਨ ਦੀ ਮੁਰੀਦ ਜੀਵ ਉਸ ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤਰੀ ਵਾਂਗ ਹੈ। ਕਿ ਜਿਹੜਾ ਜੀਵ ਹੈ, ਭਾਵ ਮਨ ਦਾ ਮੁਰੀਦ ਹੈ, ਆਪਣੇ ਮਨ ਪਿੱਛੇ ਲੱਗਦਾ ਹੈ, ਉਹ ਉਸ ਖੋਟੀ ਚੰਦਰੇ ਲੱਛਣਾਂ ਵਾਲੀ ਅਤੇ ਮੈਲੀ ਇਸਤਰੀ ਵਾਂਗ ਹੈ। ਭਾਵ ਕਿ ਜਿਵੇਂ ਆਮ ਅਸੀਂ ਜੇ ਸੰਸਾਰੀ ਤੌਰ 'ਤੇ ਵੇਖੀਏ ਕਿ ਜਿਸ ਇਸਤਰੀ ਦਾ ਆਪਣੇ ਪਤੀ ਦੇ ਨਾਲ ਪ੍ਰੇਮ ਨਾ ਹੋਏ, ਉਹ ਚੰਗੇ ਕਰਮ ਨਾ ਕਰਦੀ ਹੋਏ, ਤੇ ਕੀ ਹੈ, ਉਸ ਨੂੰ ਚੰਗਾ ਨਹੀਂ ਗਿਣਿਆ ਜਾਂਦਾ, ਫਿਰ ਸਮਾਜ ਦੇ ਵਿੱਚ ਵੀ ਤੇ ਵੈਸੇ ਵੀ। ਇਸੇ ਤਰ੍ਹਾਂ ਕਿ ਜਿਹੜਾ ਜੀਵ ਆਪਣੇ ਮਨ ਪਿੱਛੇ ਲੱਗਦਾ, ਮਨ ਦਾ ਹੀ ਮੁਰੀਦ ਹੋਇਆ ਹੈ, ਉਹ ਕੀ ਹੈ, ਇਸ ਦੇ ਵਾਂਗ ਹੈ, ਭਾਵ ਉਹ ਚੰਗਾ ਨਹੀਂ ਹੈ। ਪਿਰ ਛੋਡਿਆ ਘਰ ਆਪਣਾ, ਪਰ ਪੁਰਖੈ ਨਾਲ ਪਿਆਰ। ਜਿਸ ਨੇ ਉਸ ਇਸਤਰੀ ਦੇ ਵਾਂਗ ਹੈ ਮਨਮੁਖ, ਜਿਸ ਨੇ ਕੀ ਹੈ, ਪਹਿਲਾਂ ਦੱਸਿਆ ਹੈ ਕਿ ਖੋਟੀ ਹੈ, ਚੰਦਰੇ ਲੱਛਣਾਂ ਵਾਲੀ, ਮਾੜੇ ਲੱਛਣਾਂ ਵਾਲੀ ਹੈ, ਮੈਲੀ ਇਸਤਰੀ ਵਾਂਗ ਹੈ। ਤੇ ਹੁਣ ਨਾਲ ਕੀ ਕਹਿੰਦੇ ਹੈ ਕਿ ਜਿਸ ਨੇ ਘਰ ਵਿੱਚ ਵਸਦਾ ਆਪਣਾ ਖਸਮ ਛੱਡ ਦਿੱਤਾ ਹੈ ਅਤੇ ਪਰ ਪੁਰਖੈ ਨਾਲ ਪਿਆਰ, ਅਤੇ ਪਰਾਏ ਆਦਮੀ ਨਾਲ ਜਿਹੜਾ ਹੈ ਆਪਣਾ ਪ੍ਰੇਮ ਪਾਇਆ ਹੋਇਆ ਹੈ। ਹੁਣ ਇੱਥੇ ਗੱਲ ਕਿਹਦੀ ਹੋ ਰਹੀ ਹੈ? ਮਨ ਦੀ। ਕਿ ਜਿਹੜੇ ਜੀਵ ਨੇ ਆਪਣੇ ਮਨ ਦੇ ਪਿੱਛੇ ਲੱਗਾ ਹੋਇਆ ਹੈ, ਉਹਦੀ ਹਾਲਤ ਇਹ ਹੈ, ਉਹ ਆਪਣੇ ਅੰਦਰ ਜਿਹੜਾ ਹੈ ਵਸਦੇ ਹੋਏ ਮਾਲਕ ਨੂੰ ਨਹੀਂ ਪਛਾਣ ਰਿਹਾ, ਸਗੋਂ ਬਾਰ-ਬਾਰ ਮਾਇਆ ਦੇ ਪਿੱਛੇ, ਮਨ ਦੇ ਪਿੱਛੇ ਹੋ ਕੇ ਜਿਹੜਾ ਹੈ ਉਹ ਦੌੜ ਰਿਹਾ। ਬਾਹਰ ਜਿਹੜਾ ਪਿਆਰ ਉਹ ਪਾਇਆ ਹੋਇਆ ਹੈ। ਤੇ ਉਦਾਹਰਣ ਕੀ ਹੈ? ਇਸਤਰੀ ਦੀ ਦਿੱਤੀ ਹੋਈ ਹੈ ਸਮਾਜਿਕ ਰੂਪ ਵਿੱਚ। ਤ੍ਰਿਸ਼ਨਾ ਕਦੇ ਨਾ ਚੁਕੋਈ, ਜਲਦੀ ਕਰੇ ਪੁਕਾਰ। ਜਲਦੀ ਕਰੇ ਪੁਕਾਰ, ਦੋ ਔਂਕੜ ਨੇ। ਹੁਣ ਪਾਤਸ਼ਾਹ ਜੀ ਆਖਣ ਲੱਗੇ, ਫਿਰ ਉਸ ਦੀ ਤ੍ਰਿਸ਼ਨਾ ਕਦੇ ਮਿਟਦੀ ਨਹੀਂ ਹੈ। ਕਿ ਉਹਦੀ ਤਾਂਘ ਤ੍ਰਿਸ਼ਨਾ ਕਦੇ ਮਿਟਦੀ ਨਹੀਂ ਹੈ, ਭਾਵ ਤ੍ਰਿਸ਼ਨਾ ਕਾਮ ਦੀ ਜਿਹੜੀ ਵਾਸ਼ਨਾ ਹੈ ਉਹ ਕਦੇ ਮਿਟਦੀ ਨਹੀਂ, ਤੇ ਤ੍ਰਿਸ਼ਨਾ ਵਿੱਚ ਸੜਦੀ ਹੋਈ ਹਮੇਸ਼ਾ ਹੀ ਵਿਲਕਦੀ ਰਹਿੰਦੀ ਹੈ। ਜਲਦੀ ਕਰੇ, ਜਲਦੀ ਤੋਂ ਭਾਵ ਸੜਦੀ ਹੋਈ ਪੁਕਾਰ ਕਰਦੀ ਹੈ, ਪਰ ਕਦੇ ਵੀ ਉਹ ਵਿਲਕਦੀ ਹੈ, ਪਰ ਕਦੇ ਵੀ ਉਹਨੂੰ ਜਿਹੜੀ ਸ਼ਾਂਤੀ ਨਹੀਂ ਮਿਲਦੀ ਹੈ। ਨਾਨਕ ਬਿਨ ਨਾਵੇਂ ਕਰੂਪ ਕਸੋਹਣੀ, ਪਰ ਹਰ ਛੋਡੀ ਪਤਾਰ।
ਇਹ ਸਮਾਜ ਦੀ ਇੱਕ ਮਾੜੀ ਤਸਵੀਰ ਹੈ ਜਿਹੜੀ ਉਹ ਹੈ, ਜੋ ਇਸਤਰੀ ਦੇ ਪ੍ਰਥਾਏ ਜਿਹੜੀ ਖਿੱਚੀ ਹੋਈ ਹੈ ਕਿ ਜੋ ਇਸਤਰੀ ਆਪਣੇ ਪਤੀ ਦੇ ਹੁਕਮ ਵਿੱਚ ਨਹੀਂ ਰਹਿੰਦੀ ਔਰ ਬਾਹਰ ਆਪਣੇ ਪਤੀ ਦੇ ਵੱਸ ਤੋਂ ਬਾਹਰ ਰਹਿੰਦੀ ਹੈ, ਮਾੜੇ ਕਰਮ ਕਰਦੀ ਹੈ, ਉਹਦੀ ਤਸਵੀਰ ਖਿੱਚਦਿਆਂ ਹੋਇਆਂ ਦੱਸਦਿਆਂ ਹੋਇਆਂ ਮਨ ਨੂੰ ਜਿਹੜਾ ਜੀਵ ਆਪਣੇ ਮਨ ਪਿੱਛੇ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦਾ ਹੈ। ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਸਮਝਾਇਆ ਹੈ। ਫਿਰ ਆਖਦੇ ਹਨ, ਹੇ ਨਾਨਕ ਬਿਨ ਨਾਵੇਂ ਕਰੂਪ, ਕਿਉਂ ਕਰੂਪ ਹੈ ਭਾਵ ਉਹ ਸੋਹਣੇ ਰੂਪ ਵਾਲੀ ਨਹੀਂ ਕਿ ਮਨਮੁਖ ਜੀਵ ਨਾਮ ਤੋਂ ਬਿਨਾ ਭੈੜੇ ਰੂਪ ਵਾਲੀ, ਅਤੇ ਕੁਸੋਹਣੀ ਤੋਂ ਭਾਵ ਜਿਹੜੀ ਸੋਹਣੀ ਨਹੀਂ ਹੈ, ਕੁਸੋਹਣੀ ਇਸਤਰੀ ਵਾਂਗ ਤੇ ਖਸਮ ਵੱਲੋਂ ਵੀ ਦੁਰਕਾਰੀ ਹੋਈ ਹੈ ਕਿ ਪਰ ਹਰ ਛੋਡੀ ਪਤਾਰ ਕੀ ਜਿਹੜੀ ਫਿਰ ਇਸਤਰੀ ਆਪਣੇ ਪਤੀ ਦੇ ਵਸ 'ਚ ਨਹੀਂ ਰਹਿੰਦੀ, ਕੋਲ 'ਚ ਨਹੀਂ ਰਹਿੰਦੀ, ਉਹ ਕਹਿਣ ਤੋਂ ਭਾਵ ਹੈ ਕਿ ਪਤੀ ਤੋਂ ਬਾਹਰ ਜਾ ਕੇ ਚੱਲਦੀ ਹੈ, ਫਿਰ ਕਿ ਪਤੀ ਵੀ ਛੱਡ ਦਿੰਦਾ ਹੈ ਕਿ ਤੂੰ ਹੁਣ ਐਸੇ ਕਰਮ ਕਰਨੇ ਤੇ ਫਿਰ ਮੈਂ ਤੈਨੂੰ ਰੱਖ ਕੇ ਕੀ ਲੈਣਾ, ਐਸਾ ਹੀ ਹੁੰਦਾ ਨਾ। ਇਸੇ ਤਰ੍ਹਾਂ ਕਿ ਫਿਰ ਮਾਲਕ ਦੇ ਵੱਲੋਂ ਵੀ ਉਹ ਦੁਰਕਾਰੀ ਜਾਂਦੀ ਹੈ, ਅਤੇ ਇਹ ਮਨ ਪਿੱਛੇ ਲੱਗਿਆ ਹੋਇਆ ਜੀਵ ਦੀ ਜਿਹੜੀ ਜੀਵ ਦਾ ਜੀਵਨ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਇੱਕ ਪਰਪੁਰਖ ਨਾਲ ਜਿਹੜੀ ਹੈ ਪ੍ਰੇਮ ਕਰਦੀ ਹੋਈ ਇਸਤਰੀ ਦੇ ਵਾਂਗ ਹੈ ਕਿ ਉਹ ਕਦੇ ਤ੍ਰਿਸ਼ਨਾ ਨਹੀਂ ਮਿਟਦੀ। ਇਸੇ ਤਰ੍ਹਾਂ ਹੈ ਕਿ ਮਨਮੁਖ ਜੀਵ ਨਾਮ ਤੋਂ ਬਿਨਾ ਇਸ ਤਰੀਕੇ ਨਾਲ ਹੈ ਕਿ ਮਾਲਕ ਅੰਦਰ ਵਸਦੇ ਨੂੰ ਪਛਾਣਦਾ ਨਹੀਂ ਹੈ, ਬਾਰ-ਬਾਰ ਮਨ ਦੇ ਪਿੱਛੇ ਲੱਗ ਕੇ ਬਾਹਰ ਦੌੜਦਾ ਹੈ, ਪਦਾਰਥਾਂ ਦੇ ਪਿੱਛੇ, ਮਾਇਆ ਦੇ ਪਿੱਛੇ, ਵਿਕਾਰਾਂ ਦੇ ਪਿੱਛੇ। ਮਹਿਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕੈ ਪਾਏ ਪਿਆਰ। ਪਾਏ ਤੋਂ ਅਰਥ ਪ੍ਰੇਮ, ਪਿਆਰ, ਅਤੇ ਅਗਲੇ ਪਾਸੇ ਪਿਆਰ ਸ਼ਬਦ ਵੀ ਸਤਿਗੁਰੂ ਜੀ ਨੇ ਵਰਤਿਆ। ਹੁਣ ਦੇਖੋ ਦੋਵਾਂ ਥਾਵਾਂ ਤੇ ਸਿਹਾਰੀ ਲਾਈ ਹੋਈ ਹੈ, ਅਰਥ ਦੋਵਾਂ ਦਾ ਇੱਕੋ ਵਾਰੀ ਹੋਣਾ ਇੱਕ ਹੀ ਹੈ, ਪਰ ਦੋਵੇਂ ਥਾਂ ਤੇ ਜਿਹੜੀ ਸਿਹਾਰੀ ਲਾ ਕੇ ਸਤਿਗੁਰੂ ਜੀ ਨੇ ਭਾਵ ਪਿਆਰ ਵਿੱਚ ਕਿ ਫਿਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਸ਼ਲੋਕ ਦੇ ਅੰਦਰ ਦੱਸ ਰਹੇ ਨੇ ਕਿ ਸੁਹਾਗਣੀ ਤੋਂ ਭਾਵ ਜਿਹਦਾ ਪਤੀ ਜਿਉਂਦਾ ਹੋਏ, ਜਿਹੜੀ ਸੁਹਾਗ ਵਾਲੀ ਹੋਏ, ਕਿ ਜਿਉਂਦੇ ਖਸਮ ਵਾਲੀ ਗੁਰਮੁਖ ਜੀਵ ਇਸਤਰੀ ਉਹ ਹੈ ਜੋ ਗੁਰੂ ਦੇ ਸ਼ਬਦ ਰਾਹੀਂ ਸਤਿਗੁਰੂ ਦੇ ਪ੍ਰੇਮ ਪਿਆਰ ਵਿੱਚ ਜਿਹੜੀ ਹੈ ਰਤੀ ਹੋਈ ਹੈ। ਉਹ ਹੈ ਗੁਰਮੁਖ ਜੀਵ ਇਸਤਰੀ ਜੋ ਗੁਰੂ ਦੇ ਸ਼ਬਦ ਰਾਹੀਂ ਮਾਲਕ ਦੇ ਪ੍ਰੇਮ ਵਿੱਚ ਜਿਹੜੀ ਰਤੀ ਹੋਈ ਹੈ, ਪ੍ਰੇਮ ਦੇ ਵਿੱਚ। ਸਦਾ ਰਾਵੇ ਪਿਰ ਆਪਣਾ ਸੱਚੈ ਪ੍ਰੇਮ ਪਿਆਰ। ਉਹ ਕੀ ਹੈ? ਫਿਰ ਸਤਿਗੁਰੂ ਦੇ ਪ੍ਰੇਮ ਵਿੱਚ, ਪਿਆਰ ਵਿੱਚ ਸਦਾ ਆਪਣੇ ਹਰੀ ਖਸਮ ਦੀ ਯਾਦ ਦਾ ਆਨੰਦ ਮਾਣਦੀ ਹੈ, ਕਿ ਉਹਦੇ ਆਨੰਦ ਵਿੱਚ ਰਹਿੰਦੀ ਹੈ। ਕਿਉਂਕਿ ਆਮ ਹੀ ਸੀ ਦੇਖ ਲਈਏ ਕਿ ਜਿਸ ਘਰ ਦੇ ਅੰਦਰ ਪਤੀ ਪਤਨੀ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਬਣਦੀ ਹੋਏ, ਦੋਵੇਂ ਇੱਕ ਦੂਜੇ ਦੇ ਜਿਹੜੇ ਹੈ ਧਨ ਪਿਰ ਕਹੀਏ ਸੋਏ, ਜਿਵੇਂ ਆਪਾਂ ਕੱਲ ਵੀ ਸ਼ਬਦ ਦੀ ਸਾਂਝ ਕੀਤੀ ਸੀ ਕਿ ਜਿੱਥੇ ਦੋਵਾਂ ਦੇ ਵਿੱਚ ਬੜਾ ਜਿਹੜਾ ਹੈ ਜੋੜ ਬਣਿਆ ਹੋਏ ਤੇ ਉੱਥੇ ਕੀ ਹੈ, ਬੜਾ ਆਨੰਦ ਰਹਿੰਦਾ ਹੈ, ਬੜਾ ਉਹ ਕਦੇ ਵੀ ਉੱਥੇ ਕੋਈ ਵੀ ਗੱਲ ਹੋ ਜਾਏ ਨਾ, ਬਾਹਰੋਂ ਕੋਈ ਭਾਵੇਂ ਨਿੰਦਾ ਚੁਗਲੀ ਵਾਲਾ ਕੋਈ ਆ ਕੇ ਕੁਛ ਕਰ ਵੀ ਦੇ, ਇਸਤਰੀ ਕੋਲ ਕਹਿ ਦੇ, ਭਾਵੇਂ ਕੋਈ ਮਰਦ ਕੋਲ ਕਹਿ ਦੇ, ਉਹ ਆਖਦੇ ਕਿ ਨਹੀਂ ਨਹੀਂ ਸਾਨੂੰ ਨਹੀਂ ਭਰੋਸਾ, ਕਿਉਂਕਿ ਉੱਥੇ ਭਰੋਸਾ ਪ੍ਰੇਮ ਇੰਨਾ ਹੁੰਦਾ ਹੈ, ਕਿਉਂਕਿ ਆਪਸ ਦੇ ਵਿੱਚ ਜੋੜ ਇੰਨਾ ਬਣਿਆ, ਹਮੇਸ਼ਾ ਉੱਥੇ ਆਨੰਦ ਸੁੱਖ ਬਣਿਆ ਰਹਿੰਦਾ। ਇੱਕ ਕਹਿੰਦਾ ਹੈ ਦੂਜਾ ਜਣਾ ਮੰਨ ਲੈਂਦਾ ਹੈ, ਇੱਕ ਕਹਿੰਦਾ ਹੈ ਦੂਸਰਾ ਜਣਾ ਮੰਨ ਲੈਂਦਾ ਹੈ, ਕਿ ਕਿਸੇ ਵੀ ਪ੍ਰਕਾਰ ਦਾ ਉੱਥੇ ਫਿਰ ਰੌਲਾ ਰੱਪਾ ਨਹੀਂ ਰਹਿੰਦਾ ਹੈ। ਤੇ ਪਰ ਜਿੱਥੇ ਹੁਣ ਇਸਤਰੀ ਹੋਏ ਆਪਣੇ ਪਤੀ ਤੋਂ ਬਾਹਰ, ਉੱਥੇ ਸਹਿਜੇ ਹੈ ਕਿ ਉੱਥੇ ਰੌਲਾ ਵੀ ਰਹੇਗਾ ਤੇ ਕਲੇਸ਼ ਵੀ ਜਿਹੜਾ ਉਹ ਰਹੇਗਾ। ਹੁਣ ਪਾਤਸ਼ਾਹ ਜੀ ਇਸੇ ਕਰਕੇ ਆਖ ਰਹੇ ਨੇ ਕਿ ਜਿਹੜੀ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕਰਕੇ ਮਾਲਕ ਦੇ ਪ੍ਰੇਮ ਵਿੱਚ ਜਿਹੜੀ ਰਤੀ ਹੋਈ ਹੈ, ਸਤਿਗੁਰੂ ਦੇ ਪ੍ਰੇਮ ਪਿਆਰ ਵਿੱਚ ਸ਼ਬਦ ਦੇ ਰਾਹੀਂ, ਉਹ ਸਦਾ ਹੀ ਮਾਲਕ ਦੀ ਯਾਦ ਦਾ ਆਨੰਦ ਮਾਣਦੀ ਹੈ। ਅਤ ਸਵਾਲਿਓ ਸੁੰਦਰੀ ਸ਼ੋਭਾਵੰਤੀ ਨਾਰ।
ਹੁਣ ਸਤਿਗੁਰੂ ਪਾਤਸ਼ਾਹ ਜੀ ਇੱਥੇ ਸਮਝਾ ਰਹੇ ਹਨ ਕਿ ਸਵਾਲਿਓ ਭਾਵ ਸੋਹਣੇ ਰੂਪ ਵਾਲੀ, ਕਿ ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸ਼ੋਭਾ ਵਾਲੀ ਹੈ, ਜਿਹੜੀ ਮਾਲਕ ਦੀ ਯਾਦ ਦਾ ਆਨੰਦ ਮਾਣਦੀ ਹੈ, ਗੁਰੂ ਦੇ ਸ਼ਬਦ ਅਨੁਸਾਰੀ ਜਿਹੜਾ ਹੈ ਆਪਣਾ ਜੀਵਨ ਬਤੀਤ ਕਰਦੀ ਹੈ। ਨਾਨਕ ਨਾਮ ਸੁਹਾਗਣੀ, ਮੇਲੀ ਮੇਲਣ ਹਾਰ। ਨਾਮ ਦਾ ਇੱਥੇ ਅਰਥ ਕੀ ਹੋਏਗਾ? ਕੀ ਇਹਦਾ ਸੰਬੰਧ ਕੀ ਸ਼ਬਦ ਸਿਹਾਰੀ ਕੀ ਅਰਥ ਕਰੇਗੀ? ਹਾਂਜੀ, ਨਾਮ ਦੁਆਰਾ, ਵਿੱਚ, ਰਾਹੀਂ, ਨਾਲ। ਕਿ ਢੁੱਕ ਦਾ ਅਰਥ ਕੀ ਹੈ? ਕਿ ਹੈ ਨਾਨਕ ਨਾਮ ਵਿੱਚ ਜੁੜੀ ਹੋਣ ਕਰਕੇ ਗੁਰਮੁਖ ਜੀਵ ਇਸਤਰੀ ਭਾਵ ਸੁਹਾਗਣ ਨੂੰ ਮੇਲਣਹਾਰ। ਮੇਲਣਹਾਰ ਨੇ ਕੀ ਹੈ? ਹਰੀ ਨੇ ਆਪਣੇ ਵਿੱਚ ਮਿਲਾ ਲਿਆ ਹੈ। ਮੇਲੀ ਮੇਲਣਹਾਰ, ਜਿਹੜਾ ਮਿਲਾਉਣ ਵਾਲਾ ਹੈ ਉਹਨੇ ਆਪਣੇ ਵਿੱਚ ਮਿਲਾ ਲਿਆ ਹੈ ਨਾਮ ਦੇ ਰਾਹੀਂ। ਪੌੜੀ ਹਰ ਤੇਰੀ ਸਭ ਕਰਹਿ ਉਸਤਤ, ਜਿਨ ਫਾਥੇ ਕਾਢਿਆ। ਹੁਣ ਪੌੜੀ ਕਿਹਨਾਂ ਦੀ ਹੈ ਜੀ? ਹਾਂਜੀ, ਦੇਖ ਲਓ ਧਿਆਨ ਨਾਲ, ਦੋਵੇਂ ਸ਼ਲੋਕ ਤੀਸਰੇ ਪਾਤਸ਼ਾਹ ਜੀ ਦੇ ਆਏ ਪਹਿਲਾਂ। ਹਾਂਜੀ, ਇਹ ਤੀਸਰੇ ਗੁਰੂ ਸਾਹਿਬ ਦੀ ਪੌੜੀ ਹੈ। ਕੌਣ ਕੌਣ ਸਹਿਮਤ ਹੈ ਇਸ ਨਾਲ? ਇੱਕ। ਹਾਂਜੀ, ਹੋਰ ਵੀ ਕੁਝ ਸਹਿਮਤ ਆ ਜਿਹੜੇ ਕਹਿੰਦੇ ਕਿ ਤੀਸਰੇ ਪਾਤਸ਼ਾਹ ਜੀ ਦੀ ਪੌੜੀ ਹੈ? ਦੋ। ਹਾਂਜੀ, ਇੱਧਰੋਂ ਸਾਹਮਣੇ। ਹਾਂਜੀ, ਪਿੱਛੋਂ ਤੀਸਰੇ ਪਾਤਸ਼ਾਹ ਦੀ ਹੈ ਜੀ। ਆਪਾਂ ਇਹ ਵਿਚਾਰ ਬਹੁਤ ਚੰਗੀ ਤਰ੍ਹਾਂ ਪਹਿਲਾਂ ਕਰ ਚੁੱਕੇ ਹਾਂ ਕਿ ਜਿਸ ਦਾ ਸਿਰਲੇਖ ਹੋਏਗਾ, ਆਰੰਭ ਕਿੱਥੋਂ ਹੋਈ ਸੀ ਵਾਰ, ਕੀ ਆਇਆ ਸੀ ਉੱਥੇ, ਮਾੜਾ ਜਿਹਾ ਦੇਖੋ ਤੁਸੀਂ ਆਪ ਹੁਣ, ਕਿਉਂਕਿ ਜੇ ਆਪ ਕਰੋਗੇ ਤੇ ਫਿਰ ਓਨਾ ਵਧੀਆ ਹੋਏਗਾ, ਜ਼ਿਆਦਾ ਛੇਤੀ ਸਮਝ ਪੈਂਦਾ ਹੈ। ਵਾਰ ਆਰੰਭ ਹੋਈ ਸੀ ਜਿੱਥੋਂ, ਸਿਰਲੇਖ ਕੀ ਲਿਖਿਆ ਹੋਇਆ ਹੈ? ਹਾਂਜੀ, ਸ੍ਰੀ ਰਾਗ ਕੀ ਵਾਰ ਮਹਿਲਾ ਚੌਥਾ। ਅੱਗੇ ਕੀ ਹੈ ਨਾਲ? ਸ਼ਲੋਕਾਂ ਨਾਲ। ਕਿ ਵਾਰ ਚੌਥੇ ਪਾਤਸ਼ਾਹ ਦੀ ਹੈ, ਪਰ ਨਾਲ ਸ਼ਲੋਕ ਨੇ ਦਰਜ ਕੀਤੇ ਹੋਏ, ਨਾਲ ਸ਼ਲੋਕ ਲਿਖੇ ਹੋਏ ਆ ਪੌੜੀਆਂ ਦੇ, ਕਿ ਪੌੜੀਆਂ ਸਾਰੀਆਂ ਹੀ ਚੌਥੇ ਪਾਤਸ਼ਾਹ ਦੀਆਂ ਹੋਣਗੀਆਂ, ਅਤੇ ਸ਼ਲੋਕ ਨੇ ਜਿਹੜੇ ਉਹ ਕਿਸੇ ਦੇ ਵੀ ਹੋ ਸਕਦੇ, ਉਹ ਨਾਲ ਦਰਜ ਕੀਤਾ ਹੋਏਗਾ ਕਿ ਸ਼ਲੋਕਾਂ ਨਾਲ। ਆਪਾਂ ਤਾਂ ਇਹ ਵਿਚਾਰ ਬਹੁਤ ਵਾਰੀ ਸਰਵਣ ਕਰ ਲਈ ਹੈ। ਐਸਾ ਤਾਂ ਹੋਣਾ ਨਹੀਂ ਚਾਹੀਦਾ ਕਿ ਵਾਰੀ ਵਾਰੀ ਇਹ ਪੁੱਛਣ ਦੇ ਬਾਵਜੂਦ, ਕਿਉਂਕਿ ਭੁਲੇਖਾ ਪਾਉਣ ਵਾਸਤੇ ਕੁਝ ਵੀ ਕਿਹਾ ਜਾ ਸਕਦਾ ਹੈ ਕਿ 4 ਸ਼ਲੋਕ ਆ ਗਏ, 2 ਆ ਗਏ, 3 ਆ ਗਏ, ਹੁਣ ਕਿੰਨਾਂ ਦੀ ਹੋਏਗੀ? ਪੌੜੀਆਂ ਉਸੇ ਗੁਰੂ ਸਾਹਿਬ ਦੀਆਂ ਹੋਣਗੀਆਂ ਜਿਸ ਦੀ ਵਾਰ ਹੈ, ਭਾਵ ਜਿਸ ਦਾ ਸਿਰਲੇਖ ਦੇ ਵਿੱਚ ਹੋਇਆ। ਹਾਂ, 1-2 ਥਾਵਾਂ ਤੇ ਗੌੜੀ ਕੀ ਵਾਰ ਦੇ ਵਿੱਚ ਜਿੱਥੇ ਪੌੜੀ ਹੋਰ ਗੁਰੂ ਸਾਹਿਬ ਦੀ ਦਰਜ ਕਰਨ ਦੀ ਜ਼ਰੂਰਤ ਹੈ, ਉੱਥੇ ਪੌੜੀ ਦੇ ਨਾਲ ਲਿਖਿਆ ਹੋਏਗਾ ਸਪੈਸ਼ਲ। ਯਾਦ ਰੱਖਿਓ, ਪੌੜੀ ਦੇ ਨਾਲ ਲਿਖਿਆ ਹੋਏਗਾ ਪੌੜੀ ਮਹਿਲਾ ਪੰਜਵਾਂ, ਜਾਂ ਪੌੜੀ 5 ਵੀ ਕਈ ਥਾਵਾਂ ਤੇ ਲਿਖਿਆ ਹੈ, ਉਹਦਾ ਅਰਥ ਇੱਕੋ ਹੀ ਹੈ, ਪੌੜੀ ਮਹਿਲਾ ਪੰਜਵਾਂ, ਕਿ ਇਹ 5ਵੇਂ ਪਾਤਸ਼ਾਹ ਦੀ ਪੌੜੀ ਹੈ ਨਾਲ ਚੱਲਦੇ ਹੋਏ ਸਿਰਲੇਖ ਦੇ ਵਿੱਚ। ਖੈਰ, ਕਿ ਪੌੜੀਆਂ ਉਸ ਗੁਰੂ ਸਾਹਿਬ ਦੀਆਂ ਹੀ ਹੁੰਦੀਆਂ ਨੇ ਜਿਸ ਗੁਰੂ ਸਾਹਿਬ ਦੀ ਵਾਰ ਹੋਏ, ਜਿਸ ਦਾ ਸਿਰਲੇਖ ਸ਼ੁਰੂ ਦੇ ਵਿੱਚ ਲਿਖਿਆ ਹੋਏ। ਇਹ ਖਿਆਲ ਰੱਖਣਾ ਹੈ। ਹਰ ਤੇਰੀ ਸਭ ਕਰੈ ਉਸਤਤ, ਜਿਨ ਫਾਥੇ ਕਾਢਿਆ। ਫਾਥੇ ਤੋਂ ਭਾਵ ਜਿਹੜਿਆਂ ਫਸਿਆਂ ਹੋਇਆਂ ਨੂੰ, ਕਿ ਹੇ ਪ੍ਰਭੂ ਸਭ ਜੀਵ ਤੇਰੀ ਹੀ ਸਿਫਤ ਸਲਾਹ ਕਰਦੇ ਹਨ, ਜਿਸ ਨੂੰ ਤੂੰ ਉਹਨਾਂ ਮਾਇਆ ਵਿੱਚ ਫਸਿਆਂ ਨੂੰ ਕੱਢਿਆ ਹੋਇਆ ਹੈ, ਉਹ ਸਾਰੇ ਤੇਰੀ ਸਿਫਤ ਸਲਾਹ ਕਰਦੇ ਨੇ, ਜਿਨ੍ਹਾਂ ਨੂੰ ਤੂੰ ਵਿਕਾਰਾਂ ਦੇ ਵਿੱਚੋਂ, ਮਾਇਆ ਦੇ ਵਿੱਚੋਂ, ਮਾੜੇ ਕਰਮਾਂ ਦੇ ਵਿੱਚੋਂ ਕੱਢ ਲਿਆ। ਕਿਉਂਕਿ ਆਮ ਹੀ ਅਸੀਂ ਸਮਾਜ ਦੇ ਵਿੱਚ ਦੇਖਦੇ ਹਨ, ਜਦੋਂ ਕੋਈ ਵਿਕਾਰੀ ਜੀਵ ਜਾਂ ਗੁਰੂ ਤੋਂ ਬੇਮੁਖ ਹੋਇਆ, ਉਹ ਕੇਸ ਰੱਖ ਕੇ ਅੰਮ੍ਰਿਤ ਛਕ ਲੈਂਦਾ ਹੈ, ਬਾਣੀ ਦਾ ਧਾਰਨੀ ਬਣ ਜਾਂਦਾ ਹੈ, ਮਾੜੇ ਕੰਮ ਛੱਡ ਕੇ ਜਿਹੜਾ ਹੈ ਉਹ ਗੁਰੂ ਵਾਲਾ ਬਣ ਜਾਂਦਾ ਹੈ। ਉਹ ਫਿਰ ਕੀ ਕਹਿੰਦਾ ਹੈ ਕਿ ਮਾਲਕ ਨੇ ਆਪ ਹੀ ਰੱਖਿਆ ਕੀਤੀ ਹੈ, ਮੈਨੂੰ ਬਚਾ ਲਿਆ ਹੈ, ਕਿ ਮੈਂ ਬਹੁਤ ਮੰਦੇ ਕਰਮੀ ਕਰਦਾ ਸਾਂ, ਕਿਸੇ ਨੂੰ ਕੀ ਕਹਾਂ, ਮੇਰੀ ਖੁਦ ਹੀ ਆਪ ਦੀ ਐਸੀ ਹਾਲਤ ਸੀ, ਮੈਂ ਆਪ ਆਪਣੇ ਕੇਸ ਕਤਲ ਕਰਦਾ ਸੀ।
ਆਪ ਵੀ ਹੋ ਸਕਦਾ ਕਦੇ ਨਸ਼ਾ ਵੀ ਕੀਤਾ ਹੋਏ, ਮਾੜੇ ਕਰਮ ਬਥੇਰੇ ਕੀਤੇ ਹੈ, ਪਰ ਹੁਣ ਮਾਲਕ ਦਾ ਬੜਾ ਸ਼ੁਕਰਾਨਾ ਹੈ ਕਿ ਉਹਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ। ਤੇ ਉਹ ਪਛਤਾਵਾ ਹੈ ਉਹਨੂੰ ਪਿਛਲੀ ਜ਼ਿੰਦਗੀ ਦਾ ਕਿ ਉਹ ਕਿਉਂ ਕੀਤੇ, ਜਿਹੜੇ ਮਾੜੇ ਕੰਮ ਕੀਤੇ, ਪਹਿਲਾਂ ਕਿਉਂ ਨਹੀਂ ਸਮਾਂ ਮਿਲਿਆ। ਫਿਰ ਵੀ ਸ਼ੁਕਰਾਨਾ ਹੈ ਕਿ ਮਾਲਕ ਨੇ ਜਿਹੜਾ ਆਪਣੇ ਨਾਲ ਜੋੜ ਲਿਆ ਹੈ। ਕਹਿਣ ਤੋਂ ਭਾਵ ਹੈ ਉਹ ਸਾਰੇ ਜੀਵ ਫਿਰ ਤੇਰੀ ਉਸਤਤ ਕਰਦੇ ਹੈ, ਜਿਨ੍ਹਾਂ ਨੂੰ ਤੂੰ ਮਾਇਆ ਵਿੱਚ ਫਸਿਆਂ ਹੋਇਆਂ ਨੂੰ ਕੱਢ ਲਿਆ ਹੈ, ਬਚਾ ਲਿਆ ਹੈ। ਹਰ ਤੁਧਨੋਂ ਕਰੈ ਸਭ ਨਮਸਕਾਰ, ਜਿਨ ਪਾਪੈ ਤੇ ਰਾਖਿਆ। ਹਾਂਜੀ, ਇਹਦੇ ਅਰਥ ਕੀ ਹੋਣਗੇ? ਹਰ ਤੁਧਨੋਂ ਕਰੈ ਸਭ ਨਮਸਕਾਰ ਕੀ ਹੀ ਪ੍ਰਭੂ ਜੀ, ਹੇ ਹਰੇ ਸਭ ਜੀਵ ਤੇਰੇ ਅੱਗੇ ਕੀ ਹੈ? ਨਮਸਕਾਰ ਕਰਦੇ ਐ। ਨਮਸਕਾਰ ਕਰਨ ਤੋਂ ਭਾਵ ਝੁਕਦੇ ਐ, ਸੀਸ ਝੁਕਾਉਂਦੇ ਐ, ਸਿਰ ਝੁਕਾਉਂਦੇ ਐ। ਜਿਨ ਪਾਪੈ ਤੇ ਰਾਖਿਆ, ਜਿਸ ਤੂੰ ਉਹਨਾਂ ਨੂੰ ਪਾਪਾਂ ਤੋਂ ਬਚਾਇਆ ਹੈ, ਕਿ ਜਿਨ੍ਹਾਂ ਨੂੰ ਪਾਪਾਂ ਤੋਂ ਤੂੰ ਬਚਾ ਲਿਆ ਹੈ, ਕਿ ਮੰਦੇ ਕਰਮ ਕਰਦੇ ਸੀ ਪਰ ਹੁਣ ਤੂੰ ਬਚਾ ਲਿਆ ਹੈ ਕਿ ਉਹ ਮੰਦੇ ਕਰਮ ਨਹੀਂ ਕਰਦੇ, ਹੋਰ ਉਹ ਤੇਰੀ ਰਜ਼ਾ ਦੇ ਅਨੁਸਾਰ ਕਰਮ ਕਰਦੇ ਹਨ। ਹਰ ਨਿਮਾਣਿਆ ਤੂੰ ਮਾਣ, ਹਰ ਡਾਢੀ ਹੂੰ ਤੂੰ ਡਾਢਿਆ। ਇਹ ਸ਼ਬਦ ਦਾ ਜਿਹੜਾ ਹੈ ਉਚਾਰਨ ਖਿਆਲ ਨਾਲ, ਡਾ ਢੀ ਹੈ, ਢੱਡਾ ਹੈ ਅੱਗੇ, ਇਹ ਧਿਆਨ ਨਾਲ ਉਚਾਰਨ ਕਰਨਾ, ਡਾ ਢੀ ਦੋ ਸ਼ਬਦ ਆ, ਕਿਉਂਕਿ ਇਹਨਾਂ ਦਾ ਉਚਾਰਨ ਬੜਾ ਨੇੜੇ ਨੇੜੇ ਹੈ ਦੋਵਾਂ ਦਾ, ਇਸ ਕਰਕੇ ਹੈ ਕਿਉਂਕਿ ਕਈ ਵਾਰ ਇਹਨੂੰ ਢਾਡੀ ਵੀ ਪੜ੍ਹਿਆ ਜਾ ਸਕਦਾ ਹੈ, ਕਿਉਂਕਿ ਬਹੁਤਾ ਸ਼ਬਦ ਪ੍ਰਚਲਿਤ ਉਹੀ ਹੈ ਨਾ, ਇਸ ਕਰਕੇ ਡੱਡਾ ਹੈ ਪਹਿਲਾਂ, ਡਾਢੀ ਢੱਡੇ ਨਾਲ ਹੈ। ਹੂੰ ਤੂੰ ਡਾਢਿਆ ਪਹਿਲਾਂ ਬਿਹਾਰੀ ਨਾਲ ਹੈ, ਫਿਰ ਸਿਹਾਰੀ ਨਾਲ ਹੈ। ਹੁਣ ਪਾਤਸ਼ਾਹ ਜੀ ਆਖਣ ਲੱਗੇ, ਹੇ ਹਰੀ ਨਿਮਾਣਿਆਂ ਤੂੰ ਮਾਣ, ਕਿ ਜਿਨ੍ਹਾਂ ਨੂੰ ਕਿਤੇ ਵੀ ਆਦਰ ਨਹੀਂ ਮਿਲਦਾ, ਸਤਿਕਾਰ ਨਹੀਂ ਮਿਲਦਾ, ਤੂੰ ਉਹਨਾਂ ਦਾ ਕੀ ਹੈ? ਮਾਣ ਬਣਦਾ ਹੈ, ਉਹਨਾਂ ਨੂੰ ਤੂੰ ਮਾਣ ਦਿੰਦਾ ਹੈ। ਅਤੇ ਹਰ ਡਾਢੀ ਹੂੰ ਤੂੰ ਡਾਢਿਆ, ਕਿ ਹੇ ਹਰੀ ਤੂੰ ਸਭ ਤੋਂ ਵਧੇਕ ਜਿਹੜਾ ਉਹ ਡਾਢਾ ਹੈ, ਵੱਡਾ ਹੈ, ਉੱਚਾ ਹੈ। ਹਰ ਅਹੰਕਾਰੀਆ ਮਾਰ ਨਿਵਾਏ, ਮਨਮੁਖ ਮੂੜ ਸਾਧਿਆ। ਕੀ ਹੈ? ਹਰ ਹੰਕਾਰੀਆਂ ਮਾਰ ਨਿਵਾਏ। ਪਾਤਸ਼ਾਹ ਜੀ ਆਖਣ ਲੱਗੇ ਕਿ ਪਰ ਪ੍ਰਭੂ ਹੰਕਾਰੀਆਂ ਨੂੰ ਮਾਰ ਕੇ, ਭਾਵ ਬਿਪਤਾ ਵਿੱਚ ਪਾ ਕੇ ਨਿਵਾਉਂਦਾ ਹੈ। ਕਿ ਜਿਹੜੇ ਹੰਕਾਰੀ ਹੁੰਦੇ ਆ ਨਾ, ਫਿਰ ਉਹਨਾਂ ਤੇ ਜਦੋਂ ਕੋਈ ਵੱਡੀ ਮੁਸੀਬਤ ਆ ਬਣਦੀ ਹੈ, ਪਹਿਲਾਂ ਤੋਂ ਆਖਦੇ ਕਿ ਅਸੀਂ ਬਸ ਸਾਰਾ ਕੁਝ ਕਰ ਲਵਾਂਗੇ, ਬੜੀ ਪਾਵਰ ਹੈ ਮੇਰੇ ਕੋਲ, ਬੜਾ ਮੇਰਾ ਸਿੱਕਾ ਚੱਲਦਾ ਹੈ, ਉੱਥੇ ਵੀ ਉਹ ਵੀ ਕੰਮ ਕਰ ਲਵਾਂਗੇ। ਪਰ ਜਦੋਂ ਕੋਈ ਮਾਲਕ ਫਿਰ ਵੱਡੀ ਬਿਪਤਾ ਪਾ ਦਿੰਦਾ, ਫਿਰ ਕੀ ਹੈ? ਉਹ ਵੀ ਮਾਲਕ ਦੇ ਅੱਗੇ ਕੀ ਹੈ? ਝੁਕ ਜਾਂਦੇ ਹੈ ਕਿ ਹੁਣ ਸਾਡੇ ਵੱਸੋਂ ਗੱਲ ਬਾਹਰ ਹੈ, ਮਾਲਕ ਜੀ ਤੁਹਾਡੀ ਰਹਿਮਤ ਹੋਏ ਤੇ ਅਸੀਂ ਜਿਹੜੇ ਇਸ ਬਿਪਤਾ ਦੇ ਵਿੱਚੋਂ ਕੀ ਹੈ ਨਿਕਲ ਸਕਦੇ ਹਾਂ। ਭਾਵ ਹੰਕਾਰ ਨੂੰ ਤੋੜ ਦਿੰਦਾ ਹੈ, ਜਿਹੜਾ ਕਹਿੰਦੇ ਕਿ ਅਸੀਂ ਕਦੇ ਵੀ ਝੁਕਦੇ ਨਹੀਂ। ਇਤਿਹਾਸਕ ਆਪਾਂ ਇੱਕ ਮਨੁੱਖ ਦੀ ਗੱਲ ਕਰੀਏ ਜਿਸ ਨੂੰ ਓਸ਼ੋ ਵੀ ਆਖਿਆ ਜਾਂਦਾ, ਸ਼ਾਇਦ ਆਪ ਜੀ ਨੇ ਨਾਮ ਸੁਣਿਆ ਹੋਏ, ਕਿ ਉਹ ਵਿਦੇਸ਼ ਦਾ ਜਿਹੜਾ ਹੈ ਰਹਿਣ ਵਾਲਾ ਹੈ। ਉਹ ਕਦੇ ਵੀ ਆਪਣਾ ਸਿਰ ਕਿਸੇ ਨੂੰ ਝੁਕਾਉਂਦਾ ਨਹੀਂ ਸੀ, ਔਰ ਉਹਨੇ ਵੀ ਆਪਣਾ ਇੱਕ ਵੱਖਰੇ ਤੌਰ ਦਾ ਧਰਮ ਚਲਾਇਆ ਹੋਇਆ ਸੀ ਕਿ ਜਿਹੜਾ ਜਿਸ ਵਿਕਾਰ ਦਾ ਮਨ ਕਰਦਾ ਹੈ ਨਾ, ਉਹ ਉਹਦੀ ਪੂਰੀ ਤਰ੍ਹਾਂ ਪੂਰਤੀ ਕਰੇ। ਭਾਵ ਜਿਹਦੀ ਕਾਮ ਵਾਸ਼ਨਾ ਹੈ ਉਹ ਕਾਮ ਦੀ ਪੂਰਤੀ ਕਰੇ, ਕਿ ਉਹਦਾ ਕਾਮ ਮੁੱਕ ਜਾਏਗਾ। ਉਹਦੀ ਐਸੀ ਫਿਲਾਸਫੀ ਸੀ। ਹੋਰ ਵੀ ਕਈ ਫਿਲਾਸਫੀਆਂ ਸਨ ਉਹਦੀਆਂ, ਬਹੁਤ ਸਾਰੀ ਦੁਨੀਆ ਜੁੜੀ ਵੀ ਹੋਈ ਹੈ ਉਸ ਦੇ ਨਾਲ। ਅੱਜ ਵੀ ਜਿਹੜਾ ਹੈ ਬਹੁਤ ਸਾਰੀਆਂ ਕਿਤਾਬਾਂ ਵੀ ਉਸਨੇ ਲਿਖੀਆਂ। ਪਰ ਜਦੋਂ ਉਹਦਾ ਜੀਵਨ ਦੇਖਦੇ ਹਾਂ, ਉਸਨੇ ਫਿਰ ਜਦੋਂ ਜਪਜੀ ਸਾਹਿਬ ਗੁਰਬਾਣੀ ਪੜ੍ਹੀ ਗੁਰੂ ਨਾਨਕ ਸਾਹਿਬ ਜੀ ਦੀ, ਤੇ ਉਹਨੇ ਫਿਰ ਉਹਦਾ ਟੀਕਾ ਕੀਤਾ, ਭਾਵ ਉਹਦਾ ਅਰਥ ਕੀਤੇ, ਉਹਦੇ ਲਿਖਿਆ। ਤੇ ਕਦੇ ਵੀ ਦੇਖਿਓ ਉਹ ਜੇ ਤੁਹਾਨੂੰ ਮਿਲੇ ਤੇ ਉਹਦੀ ਜਿਲਦ ਦੇ ਉੱਤੇ ਲਿਖਿਆ ਹੋਇਆ ਹੈ, ਕਿਉਂਕਿ ਉਹ ਕਦੇ ਕਿਸੇ ਅੱਗੇ ਝੁਕਦਾ ਨਹੀਂ ਸੀ। ਉਹ ਕਹਿੰਦਾ ਹੈ ਇਧਰ ਸੇ ਗੁਜ਼ਰਾ ਸੋਚਾ ਸਲਾਮ ਕਰਤਾ ਚਲੋ, ਜਿਲਦ ਦੇ ਉੱਤੇ ਲਿਖਿਆ ਹੋਇਆ ਬਾਹਰ
ਕਿ ਉਹ ਮਨੁੱਖ ਵੀ ਜਿਹੜਾ ਕਦੇ ਵੀ ਕਿਸੇ ਅੱਗੇ ਨਹੀਂ ਸੀ ਝੁਕਿਆ, ਉਹ ਵੀ ਬਾਣੀ ਦੇ ਅੱਗੇ ਆ ਕੇ ਝੁਕ ਗਿਆ ਹੈ ਕਿ ਇੰਨਾ ਵੱਡਾ ਖਜ਼ਾਨਾ ਹੈ। ਯਾਦ ਰੱਖਿਓ, ਬਹੁਤੀ ਫਲਸਫੀ ਉਹਨੇ ਗੁਰਬਾਣੀ ਦੇ ਵਿੱਚੋਂ ਲਈ ਹੈ ਕਿ ਲੋਕਾਂ ਨੂੰ ਜੋੜਨ ਦੇ ਲਈ ਬਹੁਤੀਆਂ ਗੱਲਾਂ ਗੁਰਬਾਣੀ ਵਿੱਚੋਂ ਨੇ। ਹੋਰ ਵੀ ਜੇ ਸਮਾਜ ਦੇ ਵਿੱਚ ਅਸੀਂ ਡੇਰੇ ਵੇਖ ਲਈਏ ਨਾ, ਤੇ ਬਹੁਤੇ ਉਹ ਸਹਾਰਾ ਬਾਣੀ ਦਾ ਹੀ ਲਿਆ ਹੋਇਆ ਉਹਨਾਂ ਨੇ ਕਿ ਸ਼ਬਦ ਬਾਣੀ ਦੇ ਪਹਿਲਾਂ ਤੇ ਬਾਅਦ ਚ ਤੋੜ ਮਰੋੜ ਕੇ ਆਪਣੀ ਬਾਣੀ ਵਿੱਚ ਜੋੜ ਲਈਏ। ਖੈਰ, ਕਹਿਣ ਤੋਂ ਭਾਵ ਹੈ ਕਿ ਜਿਹੜੇ ਕਹਿੰਦੇ ਅਸੀਂ ਕਦੇ ਝੁਕਦੇ ਹੀ ਨਹੀਂ, ਮਾਲਕ ਕੀ ਹੈ ਉਹਨਾਂ ਨੂੰ ਵੀ ਝੁਕਾ ਲੈਂਦਾ ਹੈ। ਪਾਤਸ਼ਾਹ ਦੇਖਣ ਕਿ ਹਰ ਅਹੰਕਾਰੀਆਂ ਮਾਰ ਨਿਵਾਏ, ਕਿ ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ ਭਾਵ ਬਿਪਤਾ ਵਿੱਚ ਪਾ ਕੇ ਨਿਵਾਉਂਦਾ ਹੈ ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਫਿਰ ਪਾਉਂਦਾ ਹੈ। ਕਿ ਉਹ ਮਾਲਕ ਕੋਲ ਇਤਨੀ ਕੁ ਤਾਕਤ ਹੈ ਕਿ ਜਿਹੜੇ ਮਨਮੁਖ ਹੁੰਦੇ ਨੇ, ਮੂਰਖ ਹੁੰਦੇ ਨੇ, ਉਹਨਾਂ ਨੂੰ ਵੀ, ਅਹੰਕਾਰੀਆਂ ਨੂੰ ਵੀ ਬਿਪਤਾ ਮੁਸੀਬਤ ਦੇ ਵਿੱਚ ਪਾ ਕੇ ਜਿਹੜਾ ਹੈ ਸਿੱਧੇ ਰਸਤੇ ਤੇ ਪਾ ਦਿੰਦਾ ਹੈ। ਹਰ ਭਗਤਾਂ ਦੇ ਵਡਿਆਈ, ਗਰੀਬ ਅਨਾਥਿਆ। ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਕੀ ਹੈ? ਆਦਰ ਬਖਸ਼ਦਾ ਹੈ, ਵਡਿਆਈ ਜਿਹੜੀ ਹੈ ਉਹ ਬਖਸ਼ਦਾ ਹੈ। ਸ਼ਲੋਕ ਮਹਿਲਾ ਤੀਜਾ। ਸਤਿਗੁਰ ਕੈ ਪਾਣੈ ਜੋ ਚੱਲੈ, ਤਿਸ ਵਡਿਆਈ ਵੱਡੀ ਹੋਏ। ਭਾਣੇ ਤੋਂ ਭਾਵ ਹੁਕਮ ਵਿੱਚ, ਰਜ਼ਾ ਵਿੱਚ, ਕਿ ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ ਜੀਵਨ ਬਤੀਤ ਕਰਦਾ ਹੈ। ਸਤਿਗੁਰ ਕੈ ਭਾਣੇ ਜੋ ਚੱਲੈ, ਕਿ ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ, ਹੁਕਮ ਵਿੱਚ ਚੱਲਦਾ ਹੈ, ਜੀਵਨ ਬਤੀਤ ਕਰਦਾ ਹੈ, ਤਿਸ ਵਡਿਆਈ ਵੱਡੀ ਹੋਏ। ਉਸ ਦਾ ਹਰੀ ਦਰਗਾਹ ਵਿੱਚ ਬੜਾ ਕੀ ਹੈ? ਆਦਰ ਸਤਿਕਾਰ ਹੁੰਦਾ ਹੈ, ਕਿ ਉਹਨੂੰ ਬੜਾ ਜਿਹੜਾ ਮਾਣ ਫਿਰ ਹੈ ਮਾਲਕ ਦੇ ਦਰ ਤੇ ਪ੍ਰਾਪਤ ਹੁੰਦਾ ਹੈ। ਹਰ ਕਾ ਨਾਮ ਉਤਮ ਮਨ ਵਸੈ, ਮੇਟ ਨ ਸਕੈ ਕੋਏ। ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿੱਚ ਘਰ ਕਰਦਾ ਹੈ, ਭਾਵ ਟਿਕਦਾ ਹੈ, ਤੇ ਕੋਈ ਮਾਇਕ ਪਦਾਰਥ ਉੱਤਮ ਨਾਮ ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿੱਚੋਂ ਦੂਰ ਹੈ ਉਹ ਨਹੀਂ ਕਰ ਸਕਦਾ। ਭਾਵ ਕਿ ਜਿਹਦੇ ਹਿਰਦੇ ਦੇ ਵਿੱਚ ਫਿਰ ਮਾਲਕ ਦਾ ਨਾਮ ਟਿਕ ਜਾਂਦਾ ਹੈ, ਉੱਤਮ ਨਾਮ ਜਿਹੜਾ ਹੈ ਉਹ ਵਸ ਜਾਂਦਾ ਹੈ, ਫਿਰ ਦੁਨੀਆ ਦਾ ਕੋਈ ਵੀ ਪਦਾਰਥ ਜਾਂ ਕੋਈ ਵਿਚਾਰ, ਵਿਕਾਰ, ਮਾਇਆ ਆਦਿ ਹੈ ਕਿ ਉਹਦੇ ਅੰਦਰੋਂ ਨਾਮ ਨੂੰ ਦੂਰ ਨਹੀਂ ਕਰ ਸਕਦੀ, ਭਾਵ ਹਿਲਾ ਨਹੀਂ ਸਕਦੀ ਹੈ, ਕਿਉਂਕਿ ਨਾਮ ਦੀ ਇਤਨੀ ਵਡਿਆਈ ਹੈ। ਕਿਰਪਾ ਕਰੇ ਜਿਸ ਆਪਣੀ, ਤਿਸ ਕਰਮ ਪ੍ਰਾਪਤ ਹੋਏ। ਹੁਣ ਪਾਤਸ਼ਾਹ ਜੀ ਆਖਣ ਲੱਗੇ, ਕਿਰਪਾ ਕਰੇ ਜਿਸ ਆਪਣੀ, ਜਿਸ ਉੱਤੇ ਮਾਲਕ ਪ੍ਰਭੂ ਆਪਣੀ ਕਿਰਪਾ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਤਿਸ ਕਰਮ ਪ੍ਰਾਪਤ ਹੋਏ। ਉਸ ਨੂੰ ਮਿਹਰ ਦੇ ਰਾਹੀਂ ਉੱਤਮ ਨਾਮ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਨਾਨਕ ਕਾਰਨ ਕਰਤੇ ਵਸ ਹੈ, ਗੁਰਮੁਖ ਬੂਝੈ ਕੋਏ। ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਜਿਹੜਾ ਨਾਮ ਪ੍ਰਾਪਤੀ ਦਾ ਕਾਰਨ, ਭਾਵ ਭਾਣਾ ਮੰਨਣ ਦਾ ਜਿਹੜਾ ਉਦਮ ਹੈ, ਮਨੁੱਖ ਦੇ ਆਪਣੇ ਵੱਸ ਵਿੱਚ ਨਹੀਂ ਹੈ। ਇਹ ਨਾਨਕ ਕੋਈ ਗੁਰਮੁਖ ਜਿਉੜਾ ਇਸ ਭੇਦ ਨੂੰ ਕੀ ਹੈ ਸਮਝਦਾ ਹੈ, ਅਤੇ ਇਹ ਕਾਰਨ ਸਿਰਜਣਹਾਰ ਦੇ ਵੱਸ ਵਿੱਚ ਹੈ ਕਿ ਮਾਲਕ ਆਪ ਹੀ ਵਿਧ ਜਿਹੜੀ ਬਣਾਉਂਦਾ ਹੈ। ਕਿਉਂਕਿ ਕਈ ਤਾਂ ਬਹੁਤੇ ਆਪਣੇ ਪਿਤਾ ਪੁਰਖੀ ਸੰਸਕਾਰਾਂ ਦੇ ਵਿੱਚੋਂ ਜਿਹੜਾ ਹੈ ਉਹ ਮਾਲਕ ਦੀ ਅਜ਼ਮਤ, ਗੁਰੂ ਦੇ ਸ਼ਬਦ ਤੋਂ ਜਾਣੂ ਹੋ ਜਾਂਦੇ ਹੈ। ਕਈ ਐਸੇ ਹੁੰਦੇ ਨੇ ਜਿਹੜੇ
ਜਿਹੜਿਆਂ ਦਾ ਕਿਸੇ ਦਾ ਵਾਹ ਵਾਸਤਾ ਨਹੀਂ ਹੁੰਦਾ ਕਈ ਵਾਰ ਪਰਿਵਾਰ ਵਿੱਚ, ਤੇ ਉਹਨਾਂ ਨੂੰ ਵੀ ਕਈ ਵਾਰ ਐਸੀ ਵਿਧ ਬਣਦੀ ਹੈ ਕਿ ਉਹ ਵੀ ਕੀ ਹੈ ਗੁਰੂ ਦੀ ਬਾਣੀ ਦੇ ਨਾਲ ਜੁੜ ਜਾਂਦੇ ਹੈ। ਇਹਦੀਆਂ ਉਦਾਹਰਨਾਂ ਸਾਡੇ ਪਾਸ ਆਮ ਨੇ। ਭਾਵੇਂ ਕਿ ਅਸੀਂ ਦੁਨੀਆ ਨੂੰ ਸਤਿਗੁਰੂ ਜੀ ਦੀ ਪਾਵਨ ਬਾਣੀ ਬਾਰੇ ਨਹੀਂ ਦੱਸ ਸਕੇ, ਅਸੀਂ ਆਪਣੇ ਦੇ ਵਿੱਚ ਹੀ ਰਹਿ ਗਏ ਕਿ ਕਿਤੇ ਉਹ ਅੱਗੇ ਨਾ ਨਿਕਲ ਜੇ, ਕਿਤੇ ਉਹ ਅੱਗੇ ਨਾ ਨਿਕਲ ਜੇ, ਦੱਸ ਨਹੀਂ ਸਕੇ ਅਸੀਂ ਦੁਨੀਆ ਨੂੰ। ਪਰ ਜਿਹੜਾ ਵੀ ਅੱਜ ਕੋਈ ਗੰਭੀਰ ਵਿਅਕਤੀ ਹੈ, ਜਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਅਧਿਐਨ ਕਰਦਾ ਹੈ, ਉਹ ਜ਼ਰੂਰ ਝੁਕਦਾ ਹੈ ਕਿ ਇਹ ਹੈ ਅਸਲ ਸਿੱਖਿਆ। ਬਾਕੀ ਤੇ ਅਸੀਂ ਅਜੇ ਤੱਕ ਪਤਾ ਨਹੀਂ ਕੀ ਕੁਝ ਪੜ੍ਹੀ ਗਏ। ਭਾਵੇਂ ਉਹ ਅੰਗਰੇਜ਼ ਵਿਦਵਾਨ ਹੋਣ, ਭਾਵੇਂ ਉਹ ਇਸਲਾਮ ਦੇ ਹੋਣ, ਕਿਤੋਂ ਦੇ ਹੋਣ, ਉਹ ਜ਼ਰੂਰ ਆਖਦੇ ਹੈ ਕਿ ਇਹ ਜੋ ਖਜ਼ਾਨਾ ਹੈ, ਇਸ ਦੇ ਰਾਹੀਂ ਵਿਸ਼ਵ ਸ਼ਾਂਤੀ ਆ ਸਕਦੀ ਹੈ। ਹੋਰ ਕੋਈ ਐਸਾ ਗ੍ਰੰਥ ਹੈ ਹੀ ਨਹੀਂ ਕਿ ਜਿਹਦੇ ਨਾਲ ਵਿਸ਼ਵ ਦੇ ਵਿੱਚ ਸ਼ਾਂਤੀ ਆ ਸਕੇ, ਕਿ ਇੱਕੋ ਇੱਕ ਤਰੀਕਾ ਹੈ। ਖੈਰ ਪਾਤਸ਼ਾਹ ਜੀ ਰਹਿਮਤ ਕਰਨ। ਮਹਿਲਾ ਤੀਜਾ। ਨਾਨਕ ਹਰ ਨਾਮ ਜਿਨੀ ਅਰਾਧਿਆ, ਅਨ ਦਿਨ ਹਰ ਲਿਵਤਾਰ। ਪਾਤਸ਼ਾਹ ਜੀ ਆਖਣ ਲੱਗੇ ਕਿ हे ਨਾਨਕ, ਜਿਨ੍ਹਾਂ ਨੇ ਹਰ ਰੋਜ਼ ਇੱਕ ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ, ਭਾਵ ਧਿਆਇਆ ਹੈ, ਅਰਾਧਿਆ ਹੈ, ਜਪਿਆ ਹੈ, ਅਨ ਦਿਨ ਹਰ ਲਿਵਤਾਰ, ਲਿਵਤਾਰ ਤੋਂ ਭਾਵ ਲਗਾਤਾਰ ਇੱਕ ਰਸ ਜਿਹੜਾ ਧਿਆਇਆ ਹੈ, ਕਿ ਉਹ ਆਪਣੇ ਜੀਵਨ ਦੇ ਵਿੱਚ ਕਿਰਤਕਾਰ ਕਰਦਿਆਂ ਹੋਇਆਂ ਵੀ ਧਿਆਨ ਕੀ ਹੈ ਉਹਨਾਂ ਦਾ? ਮਾਲਕ ਦੀ ਰਜ਼ਾ ਵਿੱਚ ਅਤੇ ਗੁਰੂ ਦੇ ਸ਼ਬਦ ਵਿੱਚ ਹੈ। ਮਾਇਆ ਬੰਦੀ ਖਸਮ ਕੀ, ਤਿਨ ਅੱਗੇ ਕਮਾਵੇ ਕਾਰ। ਇੱਥੇ ਬੰਦੀ ਦਾ ਅਰਥ ਕੀ ਹੈ ਜੀ? ਹਾਂਜੀ, ਇਹਨੂੰ ਭਾਰਾ ਕਰਕੇ ਨਹੀਂ ਪੜ੍ਹਨਾ ਆਪਾਂ, ਇਸ ਕਰਕੇ ਹੈ ਬੰਦੀ ਤੋਂ ਭਾਵ ਹੈ ਦਾਸੀ, ਨੌਕਰਾਣੀ ਜਿਹਨੂੰ ਕਹਿ ਦਿੰਦੇ ਅਸੀਂ। ਇਹਨੂੰ ਜੇ ਭਾਰਾ ਕਰਕੇ ਪੜ੍ਹਿਆ ਤੇ ਫਿਰ ਅਰਥ ਇਹਦਾ ਕੀ ਹੈ? ਬੰਨਣਾ ਹੋ ਜਾਏਗਾ, ਭਾਵ ਰੋਕਣਾ। ਬੰਦੀ ਤੋਂ ਭਾਵ ਰੋਕ ਦੇਣਾ, ਐਸਾ ਅਰਥ ਹੋਇਆ। ਇਸ ਕਰਕੇ ਮਾਇਆ ਬੰਦੀ, ਕਿ ਮਾਇਆ ਜਿਹੜੀ ਹੈ ਕਿ ਖਸਮ ਪ੍ਰਭੂ ਦੀ ਦਾਸੀ ਮਾਇਆ, ਉਹਨਾਂ ਅੱਗੇ ਫਿਰ ਕਾਰ ਕਮਾਉਂਦੀ ਹੈ ਜਿਹੜੇ ਇੱਕ ਰਸ ਮਾਲਕ ਨੂੰ ਧਿਆਉਂਦੇ ਨੇ, ਆਰਾਧਦੇ ਨੇ। ਪਿਛਲੀ ਪੰਕਤੀ ਵਿੱਚ ਜੋ ਸਤਿਗੁਰੂ ਜੀ ਨੇ ਆਖਿਆ ਹੈ, ਤਿਨ ਅੱਗੇ ਕਾਰ ਤਿਨ ਅੱਗੇ ਕਮਾਵੇ ਕਾਰ, ਕੀ ਉਹਨਾਂ ਦੇ ਅੱਗੇ ਫਿਰ ਉਹ ਕਰਮ ਕਮਾਉਂਦੀ ਹੈ, ਕਾਰ ਕਰਦੀ ਹੈ। ਭਾਵ ਉਹ ਬੰਦੇ ਮਾਇਆ ਪਿੱਛੇ ਨਹੀਂ ਫਿਰਦੇ, ਫਿਰ ਮਾਇਆ ਉਹਨਾਂ ਦੀ ਸੇਵਕ ਬਣਦੀ ਹੈ। ਆਪਾਂ ਪਹਿਲਾਂ ਵੀ ਉਦਾਹਰਨ ਦੇ ਨਾਲ ਸਾਂਝ ਪਾਉਂਦੇ ਹਾਂ ਕਿ ਜੇਕਰ ਸੂਰਜ ਵੱਲ ਮੁੱਖ ਕਰਕੇ ਤੁਰਿਆ ਜਾਏ ਨਾ, ਤੇ ਹਮੇਸ਼ਾ ਹੀ ਪਰਛਾਈ ਆਪਣੇ ਆਪ ਪਿੱਛੇ ਤੁਰੀ ਆਉਂਦੀ ਹੈ। ਪਰ ਜੇਕਰ ਸੂਰਜ ਵੱਲ ਪਿੱਠ ਕਰ ਲਈ ਜਾਏ ਤੇ ਮਨੁੱਖ ਕਦੇ ਪਰਛਾਵੇਂ ਨੂੰ ਫੜ ਨਹੀਂ ਸਕਦਾ। ਜਿੰਨਾ ਅੱਗੇ ਜਾਈ ਜਾਏਗਾ ਓਨਾ ਹੀ ਦੂਰ ਜਾਈ ਜਾਏਗਾ। ਇਸੇ ਤਰ੍ਹਾਂ ਹੈ ਕਿ ਜੇ ਮਾਲਕ ਵੱਲ ਮੁੱਖ ਕਰ ਲਿਆ ਜਾਏ, ਗੁਰਮੁਖ ਜੀਵਨ ਬਣ ਜਾਏ, ਫਿਰ ਇਹ ਮਾਇਕ ਤੇ ਮਾਇਆ ਪਦਾਰਥ ਜਿਹੜੀ ਹੈ ਇਹ ਪਿੱਛੇ ਪਿੱਛੇ ਤੁਰਦੇ ਹੈ। ਤੇ ਜੇਕਰ ਗੁਰੂ ਵੱਲ ਪਿੱਠ ਕਰ ਲਈ ਜਾਏ, ਮਨ ਪਿੱਛੇ ਲੱਗਿਆ ਜਾਏ, ਫਿਰ ਇਹ ਕੀ ਹੈ? ਮਾਇਆ ਅੱਗੇ ਅੱਗੇ ਦੌੜਦੀ ਹੈ ਤੇ ਜੀਵ ਪਿੱਛੇ ਪਿੱਛੇ ਦੌੜਦਾ, ਭਾਵ ਕਦੇ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦਾ ਹੈ। ਪੂਰਾ ਕਰ ਛੋੜਿਆ, ਹੁਕਮ ਸਵਾਰਨ ਹਾਰ। ਹੁਕਮ ਸਵਾਰਨਹਾਰ, ਸਵਾਰਨਹਾਰ ਤੋਂ ਭਾਵ ਕਿਉਂਕਿ ਸਵਾਰਨ ਵਾਲੇ ਪ੍ਰਭੂ ਦੇ ਹੁਕਮ ਵਿੱਚ ਪੂਰੇ ਗੁਰੂ ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ, ਜਿਨ੍ਹਾਂ ਨੇ ਕੀ ਹੈ? ਅਰਾਧਿਆ ਹੈ, ਜਪਿਆ ਹੈ, ਧਿਆਇਆ ਹੈ, ਤੇ ਫਿਰ ਉਹ ਮਾਇਆ ਦੇ ਪਿੱਛੇ ਕਦੇ ਵੀ ਡੋਲਦੇ ਨਹੀਂ ਹਨ। ਤੇ ਸਾਡੇ ਪਾਸ ਤੇ ਇਤਿਹਾਸ ਦੀ ਬਹੁਤ ਵੱਡੀ ਜਿਹੜੀ ਕਹਿ ਦਈਏ ਕਿ ਇੱਕ ਲਿਸਟ ਹੈ, ਵੱਡਾ ਇੱਕ ਖਜ਼ਾਨਾ ਹੈ ਕਿ ਜਿਹੜੇ ਮਾਇਆ ਦੇ ਜਿਹੜੇ ਪੂਰਨ ਗੁਰਸਿੱਖ ਸਨ, ਪੂਰਨ ਗੁਰਮੁਖ ਸਨ, ਉਹ ਕਦੇ ਵੀ ਨਹੀਂ ਮਾਇਆ ਅੱਗੇ ਡੋਲੇ, ਭਾਵੇਂ ਕੁਝ ਮਰਜ਼ੀ ਹੋ ਜਾਏ। ਆਪਣਾ ਸੀਸ, ਆਪਣਾ ਸਰੀਰ ਦੇਣਾ ਤੇ ਉਹਨਾਂ ਚੰਗਾ ਸਮਝਿਆ, ਪਰ ਕਦੇ ਵੀ ਮਾਇਆ ਕਰਕੇ ਡੋਲੇ ਨਹੀਂ। ਭਾਵੇਂ ਉਹ ਛੋਟੀ ਉਮਰ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਉਂ ਨਾ ਹੋਣ,
कि उन्होंने आखदे है मंत्री संतरी ते वजीर खां वर्गे कि तुहानू महल माड़ियां दित्तियां जाणगियां, राज दिता जाएगा, राजकुमारियां नाल तुहाडे विआह होणगे, होर भी जो तुसीं कहोगे वो कुछ होएगा, तुसीं इस्लाम धारण कर लो। उम्र किन्नी कुछ हुंदी है, किन्नी कुछ उम्र है, किते 5-7 साल की किन्नी कुछ उम्र हुंदी है की है, पर उन्होंने गुरु वाला की है पिठ नहीं की। पर जेकर असीं हुण वेखीए कि ये भी गुरु पुत्र ने, दूजे पासे गुरु रामदास पातशाह जी दे भी पुत्र ने, कि एक की है माया वाल नूं भज्जिया ते दूजा की है गुरु वाल नूं तुरिया। एक ने भावें पिता है पर है तो गुरु है ना, क्योंकि उन्होंने पछाण नहीं, वो माया वाल भजदा है, दूजा किधर नूं है, वो गुरु वाल नूं भजदा है, उधर नूं तुरदा है। ते प्राप्ति भी अज गुण भी असीं उहदे गाउने हैं जिहड़ा गुरु वाल तुरिया है, जिहड़ा माया वाल तुरिया है उन्होंने अज सारे लाहनतां पाउंदे। कहण तों भाव है कि वो मालक है जिहड़ा सवारन वाला प्रभु, वो उहदे हुक्म विच उहदी रज़ा विच पूरे गुरु ने फिर सिखां नूं भाव गुरमुखां नूं भी पूर्ण कर दिता है, आपदे वर्गे बना लिया, उन्हां दे विच कोई घाट नहीं छड्डी। इस करके फिर वो माया दे पिछे दौड़दे अते डोलदे नहीं हन। गुर प्रसादी जिन बुझिया, तिन पाया मुख द्वार। ਹੁਣ ਪਾਤਸ਼ਾਹ जी आखते हैं इत्थे हुण शब्द आया है तिन पाया मोख द्वार। मोख द्वार का अर्थ की है जी? हाँ जी, मुक्ति का दरवाजा। हुण जे कोई पुछ ले कि मुक्ति का दरवाजा की हुंदा है, की उत्तर दिता जाएगा? क्योंकि जो प्रचलित रवायत है वो आपां सांझी कीती है कि बहुता ज़्यादा की है ये जोग मत दे विच आउंदा है कि रीढ़ की हड्डी के आले दुआले 2-3 नाड़ियां ने वो घूमदियां ने, पर खैर साइंस नूं अज तक लभियां नहीं ये इड़ा सुखमना, ये जिहड़ियां 3 नाड़ियां ने कि वो घूमदियां ने। फिर सिर दे विच इत्थे ध्यान लाउणा है, वो इकट्ठियां हुंदियां ने, इत्थे ध्यान रखना है, इक्को शब्द का वारी वारी जाप करना है। फिर की है अमृत टपकदा है जीभ दे उत्ते सिर दे विचों, ते फिर उहदे नाल की है 10वां दरवाजा जां मुक्ति का दरवाजा की है खुलदा है। कि हुण खुलन तो भाव है कि कोई ऐसा रस्ता है कि 9 दरवाजे तो देही दे लाए हुए है, 10वां दरवाजा खुलण की गल करते हैं कि ऐसा कोई दरवाजा है जिहड़ा खुलदा है। असल दरवाजा की है ज्ञान का दरवाजा की है खुल जाता है कि साडा जिहड़ा माइक पदार्थां विकारां दे नाल बंद होया होया दिमाग है ना, बुद्धि है, ये की है ये खुल जाता है गुरु के शब्द नाल। जां इत्थे मुक्ति का दरवाजा की है कि गुरु के शब्द राही विकारां तो माया तो मुक्त हो गए, कि दरवाजा मिल गया कि कित्थों मुक्त होना है, ये रस्ता मिल गया। बहुत सारे उन्हां वालों भी ये कीता जाता है कि इत्थे ध्यान रखना, इदों बाहर ध्यान नहीं रखना, इत्थे जोड़ना ध्यान, कि इहो ही खास चीज़ रह गई, होर कोई शरीर का अंग रह ही नहीं गया। खैर पर भावें कि साडा सारा कंट्रोल इत्थे ही है, फिर जे इत्थे ध्यान रखना है, जे कला एक ही शब्द जपना है, फिर साडे कोल गुरु ग्रंथ साहिब पातशाह जी काहदे वास्ते? संपूर्ण जीवन जांच की है वो गुरबाणी है। गुरबाणी के एक एक शब्द अनुसार असी जीवन जीवीए, साडे विकार, साडे विचार, साडे कर्म की है सारे सिद्धे हो जाएंगे। खैर पातशाह जी रहमत करन, समा थोड़ा है अपने कोल कि पातशाह जी आखन लगे गुर प्रसादी जिन बुझिया, कि गुरु की कृपा दे नाल जिन्हां ने बुझ लिया, समझ लिया, ये भेत पा लिया कि तीनी पाया मोख द्वार, उन्होंने फिर मुक्ति का दर लभ लिया है। उन्होंने पता लग गया है कि किहड़े पासे चल के मुक्ति मिलनी है जां विकारां तो जिहड़ी है वो खलासी होनी है। मनमुख हुक्म ना जाननी, तिन मारे जम जंदार। इत्थे शब्द आया है जाननी, नाना थोड़ा है, पहला आप पोला करके बोलांगे, मगरों नन्ना है, फिर खड़ा उच्चारण हो जाना है।
ਜਾਣਨੀ। ਜੇ ਦੋਵੇਂ ਨੰਨੇ ਹੁੰਦੇ ਫਿਰ ਜਾਣਨੀ ਹੁੰਦਾ ਸੀ, ਪਰ ਇੱਥੇ ਜਾਣਨੀ। ਇਸ ਕਰਕੇ ਇਹ ਨੰਨੇ ਤੇ ਨਾਣੇ ਦੇ ਵਿੱਚ ਫਰਕ ਬਹੁਤ ਥੋੜ੍ਹਾ ਹੈ। ਇਸ ਕਰਕੇ ਇਹਦਾ ਅਰਥ ਵੀ ਉਚਾਰਨ ਆਪਾਂ ਖਿਆਲ ਵਿੱਚ ਰੱਖਣਾ ਹੈ। ਜੰਦਾਰ ਤੋਂ ਭਾਵ ਜਿਹੜਾ ਹੈ ਜ਼ੁਲਮ, ਡਾਢਾ। ਜੰਦਾਰ ਜਿਹਨੂੰ ਆਖਦੇ ਹਾਂ ਕਿ ਮਨਮੁਖ ਬੰਦੇ ਪ੍ਰਭੂ ਦਾ ਹੁਕਮ ਨਹੀਂ ਪਛਾਣਦੇ। ਮਨਮੁਖ ਹੁਕਮ ਨਾ ਜਾਣਨੀ, ਉਹ ਪਛਾਣਦੇ ਨਹੀਂ, ਜਾਣਦੇ ਨਹੀਂ, ਸਮਝਦੇ ਨਹੀਂ। ਤਿੰਨ ਮਾਰੇ ਜਮ ਜੰਦਾਰ। ਇਸ ਕਰਕੇ ਉਹਨਾਂ ਨੂੰ ਜ਼ਾਲਮ ਜਿਹੜਾ ਹੈ, ਜਮ, ਉਹ ਡੰਡ ਦਿੰਦਾ ਹੈ। ਭਾਵ ਉਹਨਾਂ ਨੂੰ ਕੀ ਹੈ, ਦੁੱਖ ਪ੍ਰਾਪਤ ਹੁੰਦਾ ਹੈ। ਗੁਰਮੁਖ ਜਿਨੀ ਅਰਾਧਿਆ, ਤਿਨੀ ਤਰਿਆ ਭੌਜਲ ਸੰਸਾਰ। ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਧਿਆਇਆ ਹੈ, ਅਰਾਧਿਆ ਹੈ, ਤਿਨੀ ਤਰਿਆ ਭੌਜਲ ਸੰਸਾਰ। ਉਹ ਸੰਸਾਰ ਸਾਗਰ ਤੋਂ ਤਰ ਗਏ ਹਨ, ਜਿਹੜੇ ਉਹ ਪਾਰ ਹੋ ਗਏ ਹਨ। ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਹੁਣ ਪਾਤਸ਼ਾਹ ਜੀ ਆਖਣ ਲੱਗੇ, ਸਭ ਔਗਣ ਗੁਣੀ ਮਿਟਾਇਆ। ਗੁਣਾਂ ਦੀ ਰਾਹੀਂ ਔਗਣਾਂ ਨੂੰ ਮਿਟਾ ਦਿੱਤਾ। ਇਹ ਨਹੀਂ ਕਿ ਸਭ ਔਗਣ ਤੇ ਗੁਣੀ, ਸਾਰੇ ਔਗਣ ਤੇ ਗੁਣ ਮਿਟਾ ਦਿੱਤੇ। ਸਭ ਔਗਣ ਕਿ ਸਾਰੇ ਔਗਣ ਗੁਣੀ ਮਿਟਾਇਆ, ਗੁਣਾਂ ਦੇ ਰਾਹੀਂ ਮਿਟਾ ਦਿੱਤੇ, ਖਤਮ ਕਰ ਦਿੱਤੇ। ਕਿਉਂਕਿ ਸਤਿਗੁਰੂ ਨੇ ਗੁਣਾਂ ਦੁਆਰਾ, ਭਾਵ ਉਹਨਾਂ ਦੇ ਹਿਰਦੇ ਵਿੱਚ ਜਿਹੜੇ ਗੁਣ ਪ੍ਰਗਟ ਕਰ ਦਿੱਤੇ ਤੇ ਉਹਨਾਂ ਦੇ ਸਾਰੇ ਔਗਣ ਮਿਟਾ ਦਿੱਤੇ। ਕਿਉਂਕਿ ਗੁਰੂ ਬੜਾ ਬਖਸ਼ਣਹਾਰ ਹੈ, ਬਖਸ਼ਿੰਦ ਹੈ। ਇਸ ਪੰਕਤੀ ਦੀ ਜਿਹੜੀ ਹੈ ਉਹ ਵਿਚਾਰ ਹੋ ਸਕਦਾ ਕਈ ਵਾਰ ਸਮਝ ਨਹੀਂ ਆਉਂਦੀ ਸੀ, ਇਕੱਠਾ ਹੀ ਅਰਥ ਕਰ ਲੈਂਦੇ। ਲੱਗਦਾ ਤੇ ਹੁਣ ਐਸਾ ਹੀ ਹੈ ਨਾ, ਸਭ ਔਗਣ ਗੁਣੀ ਮਿਟਾਇਆ, ਗੁਰ ਆਪੇ ਬਖਸ਼ਣਹਾਰ। ਕਿ ਗੁਰੂ ਬੜਾ ਬਖਸ਼ਣਹਾਰ ਹੈ, ਉਹਨੇ ਸਾਰੇ ਔਗਣ ਤੇ ਗੁਣ ਮਿਟਾ ਦਿੱਤੇ। ਐਸਾ ਨਹੀਂ ਹੈ, ਸਭ ਔਗਣ ਗੁਣੀ ਮਿਟਾਇਆ। ਗੁਣਾਂ ਦੇ ਰਾਹੀਂ ਸਤਿਗੁਰੂ ਨੇ ਔਗਣ ਮਿਟਾ ਦਿੱਤੇ। ਭਾਵ ਗੁਰੂ ਦੇ ਸ਼ਬਦ ਰਾਹੀਂ, ਗੁਰੂ ਨੇ ਸ਼ਬਦ ਦੇ ਰਾਹੀਂ ਅੰਦਰ ਗੁਣ ਪ੍ਰਗਟ ਕਰ ਦਿੱਤੇ ਤੇ ਔਗਣ ਜਿਹੜੇ ਨੇ ਉਹ ਮਿਟਾ ਦਿੱਤੇ। ਪੌੜੀ ਹਰ ਕੀ ਭਗਤਾਂ ਪ੍ਰਤੀਤ, ਹਰ ਸਭ ਕਿਛ ਜਾਣਦਾ। ਪ੍ਰਤੀਤ ਭਾਵ ਭਰੋਸਾ, ਵਿਸ਼ਵਾਸ, ਵਿਸਾਹ। ਕਿ ਭਗਤ ਜਨਾਂ ਨੂੰ ਪ੍ਰਭੂ ਉੱਤੇ ਇਹ ਭਰੋਸਾ ਹੈ ਕਿ ਪ੍ਰਭੂ ਸਭ ਕੁਛ ਜਾਣਦਾ ਹੈ। ਭਾਵ ਅੰਤਰਜਾਮੀ ਹੈ, ਕਿ ਸਭ ਕੁਝ ਜਾਣਨ ਵਾਲਾ ਹੈ। ਜਿਹੜੇ ਉਹਦੇ ਭਗਤ ਨੇ, ਸੇਵਕ ਨੇ, ਉਹਨਾਂ ਨੂੰ ਇਹ ਪੂਰਨ ਭਰੋਸਾ ਹੈ। ਹਰ ਜੀਵੜ ਨਾਹੀ ਕੋਈ ਜਾਣ, ਹਰ ਧਰਮ ਵਿਚਾਰਦਾ। ਪਾਤਸ਼ਾਹ ਜੀ ਆਖਣ ਲੱਗੇ, ਉਸ ਦੇ ਬਰਾਬਰ ਹੋਰ ਕੋਈ ਹਿਰਦਿਆਂ ਦਾ ਜਾਣੂ ਨਹੀਂ ਹੈ। ਕਿ ਉਹਦੇ ਬਰਾਬਰ ਦਾ, ਮਾਲਕ ਦੇ ਬਰਾਬਰ ਦਾ ਜਿਹੜਾ ਹਿਰਦਿਆਂ ਦੀ, ਜੀਵਾਂ ਦੇ ਅੰਦਰ ਦੀ ਗੱਲ ਜਾਣਨ ਵਾਲਾ ਹੋਰ ਕੋਈ ਬਰਾਬਰ ਨਹੀਂ ਹੈ। ਇਸ ਕਰਕੇ ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ, ਕਿਉਂਕਿ ਉਹਦੇ ਬਰਾਬਰ ਹੈ ਹੀ ਨਹੀਂ। ਇਸ ਕਰਕੇ ਫਿਰ ਉਹ ਸਾਰਿਆਂ ਨਾਲ, ਧਰਮ ਦਾ ਅਰਥ ਹੁੰਦਾ ਹੈ ਨਿਆਂ ਕਰਨਾ। ਅਸੀਂ ਕਹਿੰਦੇ ਕੋਈ ਧਰਮ ਦੀ ਗੱਲ ਕਰ, ਭਾਵ ਕੋਈ ਨਿਆਂ ਦੀ ਗੱਲ ਕਰ। ਕਿ ਉਹ ਹਰ ਧਰਮ ਵਿਚਾਰਦਾ, ਉਹ ਹਮੇਸ਼ਾ ਹੀ ਸੱਚੇ ਨਿਆਂ ਦੀ ਗੱਲ ਕਰਦਾ ਹੈ। ਭਾਵ ਸੱਚੇ ਨਿਆਂ ਨੂੰ ਵਿਚਾਰਦਾ ਹੈ। ਕਾੜਾ ਅੰਦੇਸਾ ਕਿਉਂ ਕੀਜੈ, ਜਾਂ ਨਾਹੀ ਅਧਰਮ ਮਾਰਦਾ। ਕਾੜਾ ਤੋਂ ਭਾਵ ਝੋਰਾ ਲੱਗਣਾ, ਫਿਕਰ ਹੋਣੀ। ਅੰਦੇਸਾ ਤੋਂ ਭਾਵ ਕਿ ਅੰਦੇਸਾ ਬਣਿਆ ਰਹਿਣਾ, ਡਰ ਬਣਿਆ ਰਹਿਣਾ। ਅਧਰਮ ਤੋਂ ਭਾਵ ਪਿੱਛੇ ਆਇਆ ਧਰਮ ਸ਼ਬਦ, ਉਹਦਾ ਕੀ ਅਰਥ ਸੀ? ਨਿਆਂ। ਤੇ ਇਹਦਾ ਕੀ ਅਰਥ ਹੋਏਗਾ? ਅਨਿਆਂ, ਭਾਵ ਅਨਿਆਂ। ਪਾਤਸ਼ਾਹ ਜੀ ਆਖਣ ਲੱਗੇ, ਜੇ ਇਹ ਭਰੋਸਾ ਹੋਵੇ ਕਿ ਪ੍ਰਭੂ
ਅਨਿਆਉ ਨਾਲ ਨਹੀਂ ਮਾਰਦਾ ਤਾਂ ਕੋਈ ਫਿਕਰ ਡਰ ਫਿਰ ਨਹੀਂ ਰਹਿੰਦਾ। ਕਿ ਜਦੋਂ ਇਹ ਪੂਰਨ ਭਰੋਸਾ ਹੈ ਕਿ ਮਾਲਕ ਕਦੇ ਅਨਿਆਂ ਕਰਦਾ ਹੀ ਨਹੀਂ ਹੈ, ਕਿ ਅਨਿਆਂ ਕਰਕੇ ਨਹੀਂ ਕਦੇ ਕਿਸੇ ਨੂੰ ਮਾਰਦਾ, ਇਸ ਕਰਕੇ ਫਿਰ ਡਰ ਕਾਹਦਾ? ਚੰਗੇ ਕਰਮ ਕਰਨ ਦਾ ਡਰ ਕਾਹਦਾ? ਸੱਚ ਬੋਲਣ ਦਾ, ਮਾਲਕ ਦੀ ਦੱਸੀ ਹੋਈ ਰਜ਼ਾ ਤੇ ਚੱਲਣ ਦਾ ਡਰ ਫਿਰ ਕਿਉਂ ਰਹਿਣਾ? ਕਿਉਂਕਿ ਜਦੋਂ ਉਹ ਹਮੇਸ਼ਾ ਹੀ ਸੱਚਾ ਨਿਆਂ ਹੀ ਵਿਚਾਰਦਾ ਹੈ, ਉਹ ਕਦੇ ਅਧਰਮ ਕਮਾਉਂਦਾ ਹੀ ਨਹੀਂ ਹੈ। ਅਸੀਂ ਕਹਿੰਦੇ ਕਿ ਉਹ ਬੜਾ ਅਧਰਮੀ ਬੰਦਾ ਹੈ, ਕਹਿਣ ਤੋਂ ਭਾਵ ਬੇਈਮਾਨ ਬੰਦਾ ਹੈ, ਇਹੋ ਹੀ ਗੱਲ ਆਖਦੇ ਹੈ ਨਾ। ਤੇ ਜਿਹਨੂੰ ਅਸੀਂ ਕਹਿੰਦੇ ਕਿ ਉਹ ਬੜਾ ਧਰਮੀ ਬੰਦਾ ਹੈ, ਕਹਿਣ ਤੋਂ ਭਾਵ ਉਹ ਸੱਚਾ ਸੁੱਚਾ ਹੈ, ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦਾ ਹੈ। ਇਸ ਕਰਕੇ ਪਾਤਸ਼ਾਹ ਜੀ ਆਖਦੇ ਨੇ ਕਿ ਮਾਲਕ ਕਦੇ ਵੀ ਅਧਰਮ ਦੇ ਰਾਹੀਂ ਉਹ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਮਾਰਦਾ ਨਹੀਂ ਹੈ। ਤਾਂ ਫਿਰ ਫਿਕਰ ਕਾਹਦਾ? ਜਦੋਂ ਉਹ ਸੱਚ ਹੀ ਕਰਦਾ ਹੈ, ਸੱਚ ਹਰ ਧਰਮ ਵਿਚਾਰਦਾ, ਫਿਰ ਉਹ ਸੱਚਾ ਧਰਮ ਵਿਚਾਰਦਾ ਹੈ, ਤਾਂ ਫਿਰ ਡਰਨ ਦੀ ਲੋੜ ਨਹੀਂ ਹੈ। ਸੱਚਾ ਸਾਹਿਬ ਸੱਚ ਨਿਆਉ, ਪਾਪੀ ਨਰ ਹਾਰ ਦਾ। ਹੁਣ ਪਾਤਸ਼ਾਹ ਜੀ ਆਖਣ ਲੱਗੇ ਕਿ ਫਿਰ ਸੱਚਾ ਸਾਹਿਬ ਕਿ ਮਾਲਕ ਆਪ ਜਿਹੜਾ ਹੈ ਉਹ ਸੱਚਾ ਹੈ, ਭਾਵ ਅਭੁੱਲ ਹੈ, ਅਟਲ ਹੈ, ਅਤੇ ਸੱਚ ਨਿਆਉ, ਉਹਦਾ ਨਿਆਉ ਵੀ ਸੱਚਾ ਹੈ, ਉਹਦੇ ਵਿੱਚ ਵੀ ਕੋਈ ਊਣਤਾਈ ਨਹੀਂ ਹੈ, ਕੋਈ ਝੂਠ ਨਹੀਂ ਹੈ, ਕੋਈ ਅਭੁੱਲ ਨਹੀਂ ਹੈ। ਇਸ ਕਰਕੇ ਕੀ ਹੈ? ਪਾਪੀ ਨਰ ਹਾਰਦਾ। ਇਸ ਮਾਰ ਦਾ ਸਦਕਾ ਹੀ ਪਾਪੀ ਮਨੁੱਖ ਪਾਪਾਂ ਵੱਲੋਂ ਫਿਰ ਹਾਰ ਜਾਂਦਾ ਹੈ। ਕਿ ਬਹੁਤੇ ਮਾੜੇ ਕਰਮ ਕਮਾਉਂਦਾ ਹੈ, ਬਹੁਤੇ ਮੰਦੇ ਕਰਮ ਕਰਦਾ ਹੈ। ਇਸ ਕਰਕੇ ਮੰਦੇ ਕਰਮਾਂ ਦੇ ਕਰਕੇ ਮਾਲਕ ਦੇ ਦਰ ਤੇ ਸੱਚੇ ਨਿਆਂ ਦੇ ਰਾਹੀਂ ਫਿਰ ਆਪਣਾ ਆਪਾ ਤੇ ਆਪਣੀ ਜੀਵਨ ਬਾਜੀ ਹਾਰ ਜਾਂਦਾ ਹੈ। ਸਾਲਾਹੋ ਭਗਤੋ ਕਰ ਜੋੜ, ਹਰ ਭਗਤ ਜਨ ਤਾਰਦਾ। ਸਲਾਹੋ ਤੋਂ ਭਾਵ ਸਿਫਤ ਸਲਾਹ ਕਰੋ ਭਗਤੋ, ਕਿ ਹੈ ਭਗਤ ਜਨੋ ਕਰ ਜੋੜ। ਜੋੜ ਤੋਂ ਭਾਵ ਕਰ ਜੋੜ, ਹੱਥ ਜੋੜ ਕੇ, ਭਾਵ ਬੜੇ ਨਿਮਰ ਹੋ ਕੇ, ਬੜੇ ਹੀ ਜਿਹੜੇ ਸਾਵਧਾਨ ਹੋ ਕੇ, ਨਿਮਰ ਹੋ ਕੇ, ਭਾਵਨਾ ਨਾਲ, ਆਦਰ ਦੇ ਨਾਲ ਕੀ ਹੈ? ਸਲਾਹੋ ਕਿ ਪ੍ਰਭੂ ਦੀ ਸਿਫਤ ਸਲਾਹ ਕਰੋ, ਵਡਿਆਈ ਕਰੋ। ਹਰ ਭਗਤ ਜਨ ਤਾਰਦਾ, ਕਿ ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਦੇ ਵੱਲੋਂ ਬਚਾ ਲੈਂਦਾ ਹੈ, ਤਾਰ ਲੈਂਦਾ ਹੈ, ਇਸ ਬਿਖ ਸਾਗਰ ਸੰਸਾਰ ਤੋਂ ਬਚਾ ਲੈਂਦਾ ਹੈ। ਸਤਿਗੁਰੂ ਜੀ ਰਹਿਮਤ ਕਰਨ ਕਿ ਅਸੀਂ ਵੀ ਭਾਵਨਾ ਦੇ ਨਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜੀਏ, ਸਤਿਗੁਰੂ ਪਾਵਨ ਬਾਣੀ ਨੂੰ ਜਿਹੜਾ ਹੈ ਆਪਣੇ ਜੀਵਨ ਦੇ ਵਿੱਚ ਜਿਵੇਂ ਪਾਤਸ਼ਾਹ ਜੀ ਆਖਦੇ ਨੇ ਉਵੇਂ ਲਾਗੂ ਕਰੀਏ, ਤੇ ਅਸੀਂ ਵੀ ਕੀ ਹੈ ਗੁਰਮੁਖਾਂ ਵਾਲਾ ਜੀਵਨ ਹੈ ਜਿਹੜਾ ਉਹ ਬਤੀਤ ਕਰਨਾ ਕਰੀਏ। ਸੋ ਹੋਈਆਂ ਭੁੱਲਾਂ ਦੀ ਖਿਮਾ।